ਆਵਾਜ਼ ਪੰਜਾਬ ਦੇਖ ਰਹੇ ਹੋ ਜੀ ਤੁਸੀਂ। ਮੈਂ ਬੋਨੀ ਬਿੰਦਰਾ। ਪੰਜਾਬ ਦੇ ਵਿੱਚ ਹੁਣ ਜ਼ਮੀਨਾਂ ਜਿਹੜੀਆਂ ਦੱਬੀਆਂ ਹੋਈਆਂ ਨੇ ਉਹਨਾਂ ਨੂੰ ਛਡਾਉਣ ਦਾ ਕੰਮ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਫੜ ਲਿਆ। ਪਿਛਲੇ ਦਿਨੀਂ ਆਪਾਂ ਦੇਖਿਆ ਸੀਗਾ ਕਿ ਕਿਵੇਂ ਮੋਹਾਲੀ ਉਹਨਾਂ ਨੇ ਜ਼ਮੀਨ ਸਿਸਵਾ ਫਾਰਮ ਦੇ ਕੋਲੋਂ ਦੀ ਛੁਡਾ ਕੇ ਲੈ ਕੇ ਆਏ ਸੀਗੇ। ਨਾਲ ਹੀ ਨਾਲ ਆਪਾਂ ਦੇਖਿਆ ਕਿ ਉਹ ਬਾਰਡਰ ਏਰੀਆ ਦੇ ਕੋਲੋਂ ਵੀ ਜ਼ਮੀਨਾਂ ਨੇ ਛਡਾਉਂਦੇ ਨਜ਼ਰ ਆਏ ਸੀਗੇ। ਹਾਲ ਹੀ ਘੜੀ ਦੇ ਵਿੱਚ ਉਹ ਪਟਿਆਲੇ ਦੇ ਲਾਗੇ ਇੱਕ ਜਗ੍ਹਾ ਜ਼ਮੀਨ ਆ ਜਿਹੜੀ ਛੁਡਾਉਂਦੇ ਨਹੀਂ ਬਲਕਿ ਉਹਦਾ ਕਬਜ਼ਾ ਲੈਂਦੇ ਦਿਖੇ। ਉਹ ਐਵੇਂ ਕਿ ਉਹਨਾਂ ਨੇ ਇੱਕ ਦਿਨ ਪਹਿਲਾਂ ਐਲਾਨ ਕੀਤਾ ਸੀਗਾ ਕਿ ਅਸੀਂ ਜਿਹੜੀਆਂ ਜ਼ਮੀਨਾਂ ਦੱਬੀਆਂ ਹੋਈਆਂ ਲੋਕਾਂ ਨੇ ਜੇ ਉਹ ਆਪਣੇ ਆਪ ਛੱਡ ਦਿੰਦੇ ਨੇ ਤਾਂ ਠੀਕ ਹੈ, ਜੇ ਨਹੀਂ ਛੱਡਦੇ ਤਾਂ ਸਰਕਾਰ ਪਿਛਲੇ 25 ਵਰ੍ਹੇ ਦੇ ਜਿਹੜੇ ਉਹਨਾਂ ਤੋਂ ਕਿਰਾਏ ਜ਼ਮੀਨ ਦੇ ਜਿਹੜੀ ਉਹਨਾਂ ਨੇ ਵਾਹੀ ਹੈ, ਵਰਤੀ ਹੈ ਜਾਂ ਉਹਦੇ ਉੱਪਰ ਕੋਈ ਕੰਸਟਰਕਸ਼ਨ ਕਰੀ ਹੈ, ਉਹਦੇ ਕਹਿੰਦੇ ਅਸੀਂ ਕਿਰਾਏ ਸਰਕਾਰੀ ਲੈਣੇ ਸ਼ੁਰੂ ਕਰ ਦਿਆਂਗੇ। ਸੋ ਇਹਨੂੰ ਦੇਖਦੇ ਹੋਏ ਇੱਕ ਪਰਿਵਾਰ ਸਾਹਮਣੇ ਆਇਆ। ਉਹਨਾਂ ਨੇ ਕਹਿੰਦੇ ਅਸੀਂ ਜ਼ਮੀਨ ਵਾਹ ਰਹੇ ਸੀਗੇ ਪਿਛਲੇ ਕਾਫੀ ਲੰਬੇ ਸਮੇਂ ਤੋਂ, ਅਤੇ ਅਸੀਂ ਉਹ 43 ਏਕੜ ਜ਼ਮੀਨ ਹੈ ਜਾਂ 43 ਕਿੱਲੇ ਜ਼ਮੀਨ ਆ ਉਹ ਵਾਪਸ ਕਰਨੇ ਆ ਸਰਕਾਰ ਨੂੰ। ਇਸ ਚੀਜ਼ ਦਾ ਸਵਾਗਤ ਹੈ ਜਿਹੜਾ ਉਹ ਭਗਵੰਤ ਮਾਨ ਸਰਕਾਰ ਨੇ ਵੀ ਕੀਤਾ। ਉਹਨਾਂ ਨੇ ਕਣਕ ਦੇ ਦਾਣੇ ਭਰ ਕੇ ਇੱਕ ਝੋਲੀ ਉਸ ਪਰਿਵਾਰ ਨੂੰ ਦਿੱਤੇ ਨੇ। ਉਹਨਾਂ ਦੇ ਸਭ ਤੋਂ ਵੱਡੇ ਬਜ਼ੁਰਗ ਆ ਜਿਹੜੇ ਉਹਨਾਂ ਨੂੰ ਦੇ ਕੇ ਅਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਹਦੇ ਵਿੱਚ ਹੀਣ ਭਾਵਨਾ ਕਿਤੇ ਵੀ ਨਹੀਂ ਦਿਖੀ ਜਾਂ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇੱਕ ਗਲਤੀ ਦੀ ਤਰ੍ਹਾਂ ਇਹਨੂੰ ਲੈ ਕੇ ਅਤੇ ਜ਼ਮੀਨ ਹੈ ਜਿਹੜੀ ਉਹ ਸਰਕਾਰੀ ਕਬਜ਼ੇ 'ਚ ਮੁੜ ਵਾਪਸ ਲੈ ਲਈ ਗਈ ਹੈ। ਹੁਣ ਇਹ ਕਿੰਨਾ ਕੁ ਠੀਕ ਹੈ, ਕਿੰਨਾ ਕੁ ਗਲਤ ਹੈ ਅਤੇ ਇਹਦੇ ਨਾਲ ਸਰਕਾਰ ਦੇ ਖਜ਼ਾਨੇ ਦੇ ਉੱਤੇ ਕੀ ਫ਼ਰਕ ਪਏਗਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ। ਅਤੇ ਪਹਿਲਾਂ ਇਹਦੀ ਚਰਚਾ ਕਰ ਲੈਂਦੇ ਹਾਂ ਸਾਡੇ ਮੁੱਖ ਸੰਪਾਦਕ ਸਰਦਾਰ ਕੁਲਵੰਤ ਜੀ ਨਾਲ। ਕੁਲਵੰਤ ਜੀ ਬਹੁਤ ਬਹੁਤ ਸਵਾਗਤ ਜੀ। ਬਹੁਤ ਧੰਨਵਾਦ ਬੋਨੀ। ਕੁਲਵੰਤ ਜੀ, ਇਹ ਫਿਰ ਬੰਦੇ ਹੁਣ ਆਪਣੇ ਆਪ ਅੱਗੇ ਆਉਣ ਲੱਗ ਗਏ। ਇਸ ਤਰ੍ਹਾਂ ਤਾਂ ਜਿਹੜੇ ਬੰਦਿਆਂ ਨੇ ਲੀਡਰਾਂ ਨੇ ਇੰਨੇ ਸਮੇਂ ਦੀ ਜਿਹੜੀ ਜ਼ਮੀਨਾਂ ਦੱਬੀਆਂ ਹੋਈਆਂ ਉਹ ਵੀ ਆ ਕੇ ਅੱਗੇ ਕਹਿਣਗੇ ਵੀ ਅਸੀਂ ਚਲੋ ਦੇ ਦਿੰਦੇ ਹਾਂ, ਜਿਹੜੀ ਹੋ ਗਈ ਉਹ ਨਿਕਲ ਜਾਂਦੀ ਗੱਲ, ਫਿਰ ਉਹਨਾਂ ਨੂੰ ਵੀ ਐਵੇਂ ਮਾफ़ ਕੀਤਾ ਜਾਊਗਾ ਜੇ ਵਿਰੋਧੀ ਧਿਰ ਦਾ ਵੀ ਹੁੰਦਾ ਕੋਈ ਲੀਡਰ ਤਾਂ? ਮੈਨੂੰ ਨਹੀਂ ਲੱਗਦਾ ਕਿ ਕੋਈ ਲੀਡਰ ਜਿਹੜਾ ਇੱਦਾਂ ਕਰੇਗਾ, ਕਿਉਂਕਿ ਆਮ ਲੋਕਾਂ ਅਤੇ ਲੀਡਰਾਂ ਦੇ ਵਿੱਚ ਫ਼ਰਕ ਇਹੀ ਹੈ। ਆਮ ਲੋਕਾਂ ਦੇ ਮਨਾਂ ਦੇ ਵਿੱਚ ਕਾਨੂੰਨ ਦਾ ਡਰ ਹੈ। ਕਾਨੂੰਨ ਉਹਨਾਂ ਨੂੰ ਇਹ ਪਤਾ ਹੈ ਵੀ ਕਾਨੂੰਨ ਸਾਡੇ ਉੱਤੇ ਹੀ ਲਾਗੂ ਕੀਤਾ ਜਾਏਗਾ, ਲੇਕਿਨ ਲੀਡਰਾਂ ਦੇ ਮਨਾਂ ਦੇ ਵਿੱਚ ਕਾਨੂੰਨ ਦਾ ਡਰ ਨਹੀਂ, ਕਿਉਂਕਿ ਉਹ ਭੀੜ ਦੇ ਸਪੋਰਟ ਲੈ ਕੇ ਹਰ ਨਜਾਇਜ਼ ਕੰਮ ਨੂੰ ਹੁਣ ਤੱਕ ਜਾਇਜ਼ ਬਣਾਉਂਦੇ ਆਏ ਨੇ। ਅਤੇ ਉਹ ਚੀਜ਼ਾਂ ਜਿਹੜੀਆਂ ਨੇ ਇਹ ਸਾਰੇ ਪਬਲਿਕ ਜਿਹੜੀ ਆ ਉਹਨਾਂ ਦੇ ਮਨਾਂ ਦੇ ਵਿੱਚ ਘਰ ਬੈਠ ਚੁੱਕੀ ਹੈ। ਪਬਲਿਕ ਦੇ ਵਿੱਚ ਤੁਸੀਂ ਇੱਕ ਗੱਲ ਦੇਖੋ ਵੀ ਜਿੰਨੀ ਵੀ ਚੀਜ਼ ਹੁਣ ਨਜਾਇਜ਼ ਤੋਂ ਨਜਾਇਜ਼ ਕੰਮ ਕਰਨ ਤੋਂ ਬਾਅਦ ਵੀ ਜਦੋਂ ਬੰਦਿਆਂ ਨੂੰ ਫੜ ਕੇ ਜੇਲ੍ਹਾਂ 'ਚ ਤੁੰਨਿਆ ਜਾਂਦਾ, ਉਸ ਤੋਂ ਬਾਅਦ ਜਦੋਂ ਉਹ ਜੇਲ੍ਹ 'ਚੋਂ ਬਾਹਰ ਨਿਕਲ ਕੇ ਆਉਂਦੇ ਨੇ ਤਾਂ ਉਹਨਾਂ ਲੋਕਾਂ ਦਾ ਇੰਝ ਸਵਾਗਤ ਕੀਤਾ ਜਾਂਦਾ ਵੀ ਜਿਵੇਂ ਉਹ ਬੰਦੇ ਪਤਾ ਨਹੀਂ ਕਿਹੜੀ ਜੰਗ ਜਿੱਤ ਕੇ ਆਏ ਨੇ। ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜੀ ਪਬਲਿਕ ਦੀ ਪਾਵਰ ਹੈ, ਲੋਕਾਂ ਦੀ ਸ਼ਕਤੀ ਹੈਗੀ ਆ, ਉਸ ਨੂੰ ਕਿਹੜੇ ਪਾਸੇ ਇਸ ਨੂੰ ਜਿਹੜਾ ਯੂਜ਼ ਕੀਤਾ ਜਾ ਰਿਹਾ ਹੈ। ਇਸੇ ਕਰਕੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਕਾਨੂੰਨ ਦਾ ਡਰ ਵੱਧ ਹੈ ਅਤੇ ਜਿਹੜਾ ਸਿਆਸੀ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਾਨੂੰਨ ਦਾ ਡਰ ਬਹੁਤ ਘੱਟ ਹੈ। ਇਸ ਨੂੰ ਲਾਗੂ ਕਰਾਉਣਾ ਪਏਗਾ, ਇਹ ਡਰ ਨੂੰ ਜਿਹੜਾ ਉਹ ਬਣਾਉਣਾ ਪਏਗਾ ਕਾਨੂੰਨ ਦੇ ਡਰ ਨੂੰ, ਅਤੇ ਇਹਦੇ ਲਈ ਸਰਕਾਰ ਨੂੰ ਜਿਹੜਾ ਉਹ ਕਾਫੀ ਜਿਹੜੇ ਨੇ ਉਹ ਸਖਤ ਕਦਮ ਚੁੱਕਣ ਦੀ ਲੋੜ ਹੈ। ਅਤੇ ਸ਼ੁਰੂਆਤ ਇਹਦੀ ਜਿਹੜੀ ਆ ਉਹ ਬੜੀ ਸਵਾਗਤਯੋਗ ਹੋਈ ਹੈ। ਜਿੱਦਾਂ ਜਿਹੜਾ ਇਹਦੇ ਵਿੱਚ ਐਲਾਨ ਕੀਤੇ ਗਏ ਸੀਗੇ ਕਿ ਇਹ ਜ਼ਮੀਨ ਜੇ ਅਸੀਂ ਛੁਡਾਵਾਂਗੇ, ਹਰ ਹਾਲਤ 'ਚ ਛੁਡਾਵਾਂਗੇ। ਜਿਹੜੇ ਆਪੇ ਛੱਡ ਦੇਣਗੇ ਅਸੀਂ ਉਹਨਾਂ 'ਤੇ ਕਾਰਵਾਈ ਨਾ ਕਰਨ ਦਾ ਵਿਚਾਰ ਕਰਾਂਗੇ, ਅਤੇ ਜਿਹੜੇ ਨਹੀਂ ਛੱਡਣਗੇ ਉਹਨਾਂ 'ਤੇ ਉੱਤੇ ਪਰਚੇ ਵੀ ਦਰਜ ਹੋਣਗੇ। ਨਾਲ ਜਿਹੜੇ ਉਹਨਾਂ ਨੂੰ ਇਹ ਜ਼ਮੀਨ ਹਰ ਹਾਲਤ ਦੇ ਵਿੱਚ ਵਾਪਸ ਕਰਨੀ ਪਵੇਗੀ। ਬੁਨੀ, ਇਹਦੇ 'ਚ ਪ੍ਰੋਸੀਜਰ ਜਿਹੜਾ ਕੀ ਹੁੰਦਾ ਹਰ ਹਾਲਤ 'ਚ ਵਾਪਸ ਕਰਨ ਦਾ, ਜਿੱਥੇ ਤੱਕ ਮੇਰੀ ਕਾਨੂੰਨੀ ਸਮਝ ਹੈਗੀ ਹੈ, ਉਹਦੇ 'ਚ ਇਹ ਹੁੰਦਾ ਕਿ ਪਰਚਾ ਵੀ ਦਰਜ ਕੀਤਾ ਜਾਂਦਾ ਕਿ ਜੇਕਰ ਜ਼ਮੀਨ ਵਾਪਸ ਨਹੀਂ ਆਉਂਦੀ, ਨਹੀਂ ਉਹ ਆਪਣਾ ਦਿੰਦੇ, ਤਾਂ ਉਹ ਕਿਰਾਇਆ ਵਸੂਲਣ ਦਾ ਤਰੀਕਾ ਇੱਕੋ ਹੀ ਹੁੰਦਾ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੁੰਦੀ ਹੈ ਉਹ ਕਾਨੂੰਨੀ ਤੌਰ ਦੇ ਉੱਤੇ ਜ਼ਬਤ ਕਰਕੇ ਉਹਨਾਂ ਦੀ ਨਿਲਾਮੀ ਕਰਕੇ ਉਹ ਪੈਸੇ ਉੱਥੋਂ ਵਸੂਲੇ ਜਾਂਦੇ ਨੇ, ਜਿੱਥੇ ਤੱਕ ਮੇਰੀ ਕਾਨੂੰਨੀ ਸਮਝ ਕਹਿੰਦੀ ਹੈ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਆਪਣੇ ਆਪ ਦੇ ਵਿੱਚ ਡਰਾਉਣ ਵਾਲੀਆਂ ਸੀਗੀਆਂ, ਅਤੇ ਸ਼ਾਇਦ ਇਹਨਾਂ ਚੀਜ਼ਾਂ ਨੇ ਹੀ ਲੋਕਾਂ ਨੂੰ ਡਰਾਇਆ, ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋਇਆ। ਅਤੇ ਜਿਹੜੀ ਇਹ ਪਟਿਆਲੇ ਦੇ ਨੇੜੇ ਸਨੌਰ ਦੇ ਕੋਲ ਮੇਰੇ ਹਿਸਾਬ ਨਾਲ ਹੈਗਾ ਸੀ ਕੋਈ ਪਿੰਡ, ਉੱਥੇ ਦੀ ਜਿਹੜੀ ਇੱਕ ਲੇਡੀ ਸੀਗੀ ਪਰਿਵਾਰ ਦੇ ਨੇ ਜਿਹੜਾ ਉਹ 43 ਏਕੜ ਜ਼ਮੀਨ ਜਿਹੜੀ ਸੀ ਉਹ ਕਾਫੀ ਸਮੇਂ ਤੋਂ ਵਾਹ ਰਹੇ ਸੀਗੇ, ਉਹਨਾਂ ਨੇ ਆਪੇ ਸਰੈਂਡਰ ਕਰ ਦਿੱਤੀ ਹੈ, ਛੱਡ ਦਿੱਤੀ ਹੈਗੀ ਹੈ। ਅਤੇ ਜਦੋਂ ਇਹ ਸੂਚਨਾ ਪੰਜਾਬ ਦੇ ਜਿਹੜੇ ਪੰਚਾਇਤੀ ਰਾਜ ਮੰਤਰੀ ਨੂੰ ਮਿਲੀ ਹੈ, ਧਾਲੀਵਾਲ ਸਾਹਿਬ ਨੂੰ, ਤਾਂ ਉਹ ਇਸ ਦਾ ਉਹਨਾਂ ਨੇ ਸਵਾਗਤ ਕੀਤਾ ਅਤੇ ਕਣਕ ਦੇ ਦਾਣੇ ਜਿਹੜੇ ਨੇ ਉਹ ਲੈ ਕੇ ਉਸ ਪਰਿਵਾਰ ਦੇ ਘਰ ਪਹੁੰਚੇ ਨੇ, ਅਤੇ ਉਸ ਪਰਿਵਾਰ ਦੀ ਜਿਹੜੀ ਮੁਖੀ ਲੇਡੀ ਸੀਗੀ ਉਸ ਦੀ ਝੋਲੀ 'ਚ ਪਾ ਕੇ ਇਹ ਕਿਹਾ ਕਿ ਤੁਸੀਂ ਇਹ ਜ਼ਮੀਨ ਛੱਡ ਕੇ ਪੰਜਾਬ ਸਰਕਾਰ ਦੀ ਝੋਲੀ ਦੇ ਵਿੱਚ ਰਿਜ਼ਕ ਪਾਇਆ, ਅਤੇ ਅਸੀਂ ਇਸ ਦਾ ਜਿਹੜਾ ਮੁੱਲ ਮੋੜਦੇ ਹਾਂ, ਅਸੀਂ ਤੁਹਾਡੀ ਝੋਲੀ ਦੇ ਵਿੱਚ ਵੀ ਕਣਕ ਦੇ ਦਾਣੇ ਪਾ ਕੇ ਤੁਹਾਡੀ ਝੋਲੀ ਦੇ ਵਿੱਚ ਵੀ ਰਿਜ਼ਕ ਪਾ ਰਹੇ ਹਾਂ।
ਵੀ ਤੁਹਾਡਾ ਵੀ ਪ੍ਰਮਾਤਮਾ ਰਿਜ਼ਕ ਵਧਾਵੇ। ਸੋ ਇੱਕ ਚੰਗੀ ਸ਼ੁਰੂਆਤ ਹੈ। ਡਰ ਕਾਰਨ ਹੀ ਸਹੀ, ਕਾਨੂੰਨ ਦੇ ਡਰ ਇੱਕ ਵੱਖਰੀ ਚੀਜ਼ ਹੈ। ਜੇਕਰ ਕੋਈ ਆਪਣੇ ਆਪ ਜ਼ਮੀਨ ਛੱਡ ਰਿਹਾ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ, ਸਰਕਾਰ ਨੇ, ਮੰਤਰੀ ਸਾਹਿਬ ਨੇ ਇਹ ਕਦਮ ਚੁੱਕਿਆ, ਇਹ ਆਪਣੇ ਆਪ ਦੇ ਵਿੱਚ ਸ਼ਲਾਘਾਯੋਗ ਹੈ। ਡਰ ਵੀ ਖਤਮ ਹੋਇਆ ਤੇ ਨਾਲ ਜਿਹੜਾ ਸਤਿਕਾਰ ਵੀ ਬਣਿਆ। ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਨੇ। ਡਰ ਵੀ ਹੋਣਾ ਚਾਹੀਦਾ ਕਾਨੂੰਨ ਦਾ ਤੇ ਸਤਿਕਾਰ ਵੀ ਹੋਣਾ ਚਾਹੀਦਾ। ਸਤਿਕਾਰ ਜਿਹੜਾ ਉਹ ਕਣਕ ਦੀ ਝੋਲੀ, ਦਾਣੇ ਜਿਹੜੇ ਝੋਲੀ 'ਚ ਪਾ ਕੇ ਇਹ ਬਰਕਰਾਰ ਕੀਤਾ ਗਿਆ, ਉਹਨਾਂ ਦੇ ਮਨ ਦੇ ਵਿੱਚ ਬਣਾਇਆ ਗਿਆ ਵੀ ਜੇ ਅਸੀਂ ਛੱਡਿਆ ਹੈਗਾ ਕੁਝ ਤਾਂ ਉਹਦਾ ਲਈ ਸਰਕਾਰ ਨੇ ਸਾਨੂੰ ਐਪਰੀਸ਼ੀਏਟ ਵੀ ਕੀਤਾ ਹੈਗਾ ਤੇ ਕੋਈ ਕਾਰਵਾਈ ਨਹੀਂ ਕੀਤੀ। ਤੇ ਇਹਦੇ ਨਾਲ ਬੁੰਨੀ ਬਹੁਤ ਸਾਰੇ ਹੋਰ ਲੋਕ ਅਜਿਹੇ ਹੋਣਗੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਡਰ ਹੋਏਗਾ, ਪਰ ਉਹ ਸੋਚਦੇ ਹੋਣਗੇ ਵੀ ਕੀ ਪਤਾ ਅਸੀਂ ਜ਼ਮੀਨ ਛੱਡਣ ਦੀ ਗੱਲ ਕਰੀਏ ਤੇ ਸਰਕਾਰ ਸਾਡੇ ਤੋਂ ਜ਼ਮੀਨ ਵੀ ਛਡਾ ਲਏ ਤੇ ਸਾਨੂੰ ਜਿਹੜਾ ਪਰਚਾ ਦਰਜ ਕਰਕੇ ਅੰਦਰ ਵੀ ਕਰ ਦੇਵੇ। ਤੇ ਉਹ ਡਰ ਜਿਹੜਾ ਉਹ ਆਪਣੇ ਆਪ ਦੇ ਵਿੱਚ ਖਤਮ ਹੋਇਆ ਹੋਣਾ ਤੇ ਇਹਦੇ ਨਾਲ ਹੋਰ ਬਹੁਤ ਸਾਰੇ ਲੋਕਾਂ ਦੇ ਅੱਗੇ ਆਪੇ ਜ਼ਮੀਨ ਛੱਡਣ ਦੇ ਰਾਹ ਖੁੱਲ੍ਹਣਗੇ। ਪਰ ਮੈਂ ਫਿਰ ਇੱਥੇ ਮੈਂਸ਼ਨ ਕਰ ਦਿਆਂ ਕਿ ਆਮ ਲੋਕ ਹੋਣਗੇ, ਜਲਦੀ ਜਿਹੜੇ ਸਿਆਸੀ ਲੋਕ ਜਿਹੜੇ ਨੇ ਜਾਂ ਵੱਡੇ ਬਿਊਰੋਕਰੇਟਸ ਨੇ ਜਿਨ੍ਹਾਂ ਨੇ ਜ਼ਮੀਨਾਂ ਦੱਬੀਆਂ ਹੋਣਗੀਆਂ, ਉਹ ਇਹਦੇ ਲਈ ਤਿਆਰ ਨਹੀਂ ਹੋਣਗੇ। ਉਹਨਾਂ ਨੂੰ ਲੰਬੀ ਲੜਾਈ ਲੜਨੀ ਪੈਣੀ ਹੈ ਕਿਉਂਕਿ ਉਹ ਇਸ ਗੱਲ ਨੂੰ ਲੈ ਕੇ, ਮੈਂ ਪਹਿਲੀ ਗੱਲ ਇਹ ਕਹਿ ਦੇਵਾਂ ਵੀ ਉਹ ਇਸ ਗੱਲ ਨੂੰ ਲੈ ਕੇ ਪ੍ਰਚਾਰ ਕਰਨਗੇ ਵੀ ਇਸ ਮੁਹਿੰਮ ਦੀ ਆੜ ਦੇ ਵਿੱਚ ਸਾਡੇ ਨਾਲ ਜੀ ਸਿਆਸੀ ਕਿੜ ਕੱਢੀ ਆ ਰਹੀ ਹੈ। ਇਹ ਕੋਈ ਗੱਲ ਨਹੀਂ ਹੈਗੀ ਜੀ ਜ਼ਮੀਨ ਇਹ ਜੀ ਫਲਾਣਾ ਹੈ ਜੀ, ਢਿਮਕਾ ਹੈ ਜੀ। ਸੋ ਇਹ ਪਹਿਲਾਂ ਹੀ ਪਤਾ ਹੈ ਜਿਨ੍ਹਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਕਾਨੂੰਨ ਦੀ ਸਮਝ ਹੈ, ਪਰ ਇਹ ਇਸ ਲਈ ਆਸਾਨੀ ਨਾਲ ਨਹੀਂ ਛੱਡਣ ਵਾਲੇ। ਪਰ ਇਹਦੇ ਲਈ ਸਰਕਾਰ ਨੂੰ ਲੰਬੀ ਲੜਾਈ ਲੜਨ ਲਈ ਤਿਆਰ ਰਹਿਣਾ ਪੈਣਾ ਤੇ ਸ਼ਾਇਦ ਇਹੋ ਕਾਰਨ ਹੈ ਕਿ ਉਹਨਾਂ ਨੇ ਸਿਆਸੀ ਲੋਕ ਅਜੇ ਨਹੀਂ ਛੇੜੇ। ਅਜੇ ਆਮ ਲੋਕਾਂ ਤੋਂ ਜ਼ਮੀਨ ਛੜਾਈ ਜਾ ਰਹੀ ਹੈ ਤਾਂ ਕਿ ਜਿੰਨੀ ਜ਼ਮੀਨ ਛੜਾਈ ਜਾ ਸਕੇ। ਕਿਤੇ ਇਹ ਨਾ ਹੋਵੇ ਕਿ ਬਾਅਦ ਵਿੱਚ ਜਦੋਂ ਸਿਆਸੀ ਲੋਕਾਂ ਨੂੰ ਹੱਥ ਪਾਉਣ ਤਾਂ ਫਿਰ ਉਸ ਸਮੇਂ ਇਸ ਗੱਲ ਨੂੰ ਲੈ ਕੇ ਜਿਹੜਾ ਉਹ ਪ੍ਰਚਾਰ ਦੀ ਆੜ ਦੇ ਵਿੱਚ ਆਮ ਲੋਕ ਵੀ ਜਿਹੜੇ ਜ਼ਮੀਨ ਛੱਡ ਰਹੇ, ਜਿਨ੍ਹਾਂ ਤੋਂ ਛੜਾਈ ਜਾਵੇ, ਉਹ ਵੀ ਇਹਦੀ ਆੜ ਦੇ ਵਿੱਚ ਜਿਹੜਾ ਉਹ ਆਪਣਾ ਕਾਨੂੰਨ ਦੀ ਆੜ ਲੈ ਕੇ ਤੇ ਉਹ ਵੀ ਨਾ ਬਚ ਨਿਕਲਣ ਤੇ ਉਹ ਵੀ ਨਾ ਦੱਬੀ ਰੱਖਣ। ਸੋ ਇਹ ਇੱਕ ਚੰਗੀ ਸ਼ੁਰੂਆਤ ਹੈ, ਇੱਕ ਚੰਗੀ ਸਟ੍ਰੈਟਜੀ, ਇੱਕ ਚੰਗੀ ਯੋਜਨਾ ਅਪਣਾਈ ਗਈ ਹੈ ਤੇ ਸ਼ੁਰੂਆਤੀ ਤੌਰ ਦੇ ਉੱਤੇ 5000 ਏਕੜ ਜ਼ਮੀਨ ਛੁਡਵਾਉਣ ਦਾ ਜਿਹੜਾ ਟੀਚਾ ਰੱਖਿਆ ਗਿਆ, ਮੈਨੂੰ ਲੱਗਦਾ ਕਿ ਜੇ ਇਸੇ ਤਰ੍ਹਾਂ ਅੱਗੇ ਵੱਧਦੇ ਰਹੇ ਤੇ ਇਹ ਬੜੀ ਜਲਦੀ ਛੁਡਵਾ ਲਿਆ ਜਾਏਗਾ। ਤੇ ਇਹਦੇ ਨਾਲ ਹੀ ਜੇਕਰ ਇਹ ਜ਼ਮੀਨਾਂ ਹੀ ਛੁਡਾ ਲੈਂਦੇ ਨੇ ਤੇ ਇਹਦੇ ਨਾਲ ਹੀ ਪੰਚਾਇਤਾਂ ਦੀ ਆਮਦਨ ਵੱਧ ਜਾਣੀ ਹੈ ਤੇ ਪਿੰਡਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਜਿਹੜੀਆਂ ਗ੍ਰਾਂਟਾਂ ਜਿਹੜੀਆਂ ਪਹਿਲਾਂ ਜਾਰੀ ਕੀਤੀਆਂ ਜਾਂਦੀਆਂ ਸੀ ਉਹਨਾਂ ਨੂੰ ਘੱਟ ਮਿਲਦੀਆਂ ਸੀ, ਉਹਨਾਂ ਨੂੰ ਗ੍ਰਾਂਟਾਂ ਵੱਧ ਮਿਲਣਗੀਆਂ ਤੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਆਪਣੇ ਆਪ ਸ਼ੁਰੂ ਹੋ ਜਾਣਗੇ। ਇਹ ਮੇਰਾ ਮੰਨਣਾ। ਤੇ ਜੇਕਰ ਨਹੀਂ ਛੱਡਦੇ, ਜਿਹੜੇ ਲੋਕ ਨਹੀਂ ਛੱਡਦੇ, ਇਹਦੇ ਲਈ ਜਿਹੜੇ ਉਹ ਕਾਨੂੰਨੀ ਰਾਇ ਜਿਹੜੀ ਉਹ ਲੈਣੀ ਪੈਣੀ। ਤੇ ਇਹਦੇ ਲਈ ਜਿਹੜੇ ਉਹਨਾਂ ਨੇ ਮੰਤਰੀ ਸਾਹਿਬ ਨੇ ਇਹ ਵੀ ਅਨਾਊਂਸਮੈਂਟ ਕੀਤੀ ਹੈ ਕਿ ਅਸੀਂ ਸਰਕਾਰੀ ਵਕੀਲਾਂ ਦੀ ਜਾਂ ਦੂਸਰੇ ਵਕੀਲਾਂ ਦੀ ਵੀ ਜਿਹੜੀ ਸਹਾਇਤਾ ਲਵਾਂਗੇ ਤੇ ਜੇਕਰ ਕਾਨੂੰਨੀ ਮਾਮਲੇ ਵੀ ਇਹਦੇ ਨਾਲ ਅੱਗੇ ਲਿਜਾਂਦੇ ਨੇ, ਪਰ ਇਹਦੇ ਨਾਲ ਇੱਕ ਕੰਮ ਜਿਹੜਾ ਸਭ ਤੋਂ ਜ਼ਰੂਰੀ ਕਰਨ ਵਾਲਾ ਹੋਏਗਾ ਕਿ ਜਿਹੜੇ ਜ਼ਮੀਨਾਂ ਦੇ ਮਾਮਲੇ ਹੁੰਦੇ ਨੇ, ਇਹ ਦੀਵਾਨੀ ਮੁਕੱਦਮੇ ਹੁੰਦੇ ਨੇ, ਸਿਵਲ ਜਿਹੜੇ ਮੈਟਰ ਹੁੰਦੇ ਨੇ। ਤਾਂ ਸਿਵਲ ਮੁਕੱਦਮੇ, ਦੀਵਾਨੀ ਮੁਕੱਦਮੇ ਜਿਹੜੇ ਨੇ ਇਹ ਲੰਬੇ ਜਿਹੜੇ ਨੇ ਉਹ ਚੱਲਦੇ ਨੇ, ਇਹਦੇ 'ਚ ਲੰਬੀਆਂ ਡੇਟਾਂ ਪੈਂਦੀਆਂ ਨੇ ਤੇ ਲੋੜ ਹੈ ਕਿ ਇਹਨਾਂ ਮਾਮਲਿਆਂ ਨੂੰ ਵੀ, ਜਿਹੜੇ ਖਾਸ ਕਰਕੇ ਸਰਕਾਰੀ ਜ਼ਮੀਨਾਂ ਦੇ ਮਾਮਲੇ ਨੇ, ਇਹਨਾਂ ਨੂੰ ਵੀ ਫਾਸਟ ਟਰੈਕ ਕੋਰਟਾਂ ਦੇ ਵਿੱਚ ਚਲਾਇਆ ਜਾਵੇ ਤੇ ਇਹਨਾਂ ਨੂੰ ਵੀ ਜਲਦੀ ਤੋਂ ਜਲਦੀ ਜਿਹੜੇ ਕੇਸਾਂ ਦਾ ਨਿਪਟਾਰਾ ਕਰਕੇ ਤੇ ਇਹਨਾਂ ਦੇ ਵਿੱਚ ਜਿਹੜੇ ਫੈਸਲੇ ਦਿੱਤੇ ਜਾਣ ਤਾਂ ਕਿ ਜਿਹੜਾ ਉਹ ਇਹ ਨਾ ਹੋਵੇ ਕਿ ਇਹ ਕਾਨੂੰਨੀ ਪਚੜਿਆਂ ਦੇ ਵਿੱਚ ਹੀ ਉਲਝ ਕੇ ਇਹ ਮਾਮਲੇ ਰਹਿ ਜਾਣ ਤੇ ਜਿਹੜੇ ਫੈਸਲੇ ਨੇ ਉਹ ਫਿਰ ਉਹ ਅਧੂਰੇ ਰਹਿ ਜਾਣ ਤੇ ਕਿਤੇ ਜਿਹੜਾ ਉਹ ਗੱਲ ਪੂਰੀ ਨਾ ਹੋ ਜਾਵੇ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਹ ਜਿਹੜੇ ਘਰੀ ਜਾਣ ਹੁਣ, ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ। ਇਸ ਕਰਕੇ ਇਹ ਜ਼ਰੂਰੀ ਹੈ। ਇਹ 17 ਜਿਹੜੀਆਂ ਨੇ ਇਸੇ ਕਰਕੇ ਲਿਖੀਆਂ ਗਈਆਂ ਸੀ ਕਿਉਂਕਿ ਇਹ ਜਿਹੜੀ ਇਸ ਅਦਾਲਤ 'ਚ ਬੰਦੇ ਬਿਰਖ ਯਾਨੀ ਕਿ ਦਰਖਤ ਬਣ ਜਾਂਦੇ ਸੀ, ਉਹਨਾਂ ਦੀ ਸੁਣਵਾਈ ਜਿਹੜੀ ਸੀਗੀ ਉਹ ਬਹੁਤ ਲੇਟ ਹੁੰਦੀ ਸੀ। ਇਸ ਕਰਕੇ ਜਿਹੜਾ ਉਹ ਮਾਮਲੇ ਜਿਹੜੇ ਲਟਕਦੇ ਬਹੁਤ ਸਾਰੇ ਲੋਕੀ ਆਪਣੀ ਜਾਨਾਂ ਵਜਵਾ ਕੇ ਜਿਹੜੇ ਇਨਸਾਫ ਦੀ ਆਸ ਨੂੰ ਤੱਕਦੇ ਹੋਏ ਇਸ ਦੁਨੀਆ ਤੋਂ ਚਲੇ ਜਾਂਦੇ ਸੀ। ਲੋੜ ਹੈ ਕਿ ਇਸੇ ਸਰਕਾਰ ਦੇ ਰਹਿੰਦਿਆਂ ਹੀ ਇਹਨਾਂ ਮਾਮਲਿਆਂ ਨੂੰ ਹੱਲ ਕੀਤਾ ਜਾਵੇ, ਜ਼ਮੀਨਾਂ ਛੁਡਵਾਈਆਂ ਜਾਣ ਤੇ ਉਹਦਾ ਇੱਕੋ ਇੱਕ ਹੱਲ ਬਣੇਗਾ ਕਿ ਫਾਸਟ ਟਰੈਕ ਕੋਰਟਾਂ ਦੇ ਵਿੱਚ ਜਿਹੜਾ ਇਹ ਮਾਮਲੇ ਜਿਹੜੇ ਚੱਕੇ ਜਾਣ ਤੇ ਅੱਗੇ ਜਿਹੜੇ ਕੇਸ ਨੇ ਉਹ ਵੀ ਫਾਸਟ ਟਰੈਕ ਜਿਹੜੇ ਤਰੀਕੇ ਦੇ ਨਾਲ ਇਸ ਨੂੰ ਲੜੇ ਜਾਣ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਅੱਜ ਫੇਰ ਕੇਜਰੀਵਾਲ ਉਹਨਾਂ ਨੂੰ ਘੇਰਿਆ। ਉਹ ਕਹਿੰਦੇ ਜੀ ਰੇਤਾ, ਇਹ ਕਹਿੰਦੇ ਸੀਗੇ ਕਿ ਅਸੀਂ ਸਸਤਾ ਕਰ ਦੇਣਾ ਆਉਂਦੇ ਸਾਰ, ਕਹਿੰਦੇ ਰੇਤਾ ਮਹਿੰਗਾ ਬੜਾ ਹੋ ਗਿਆ ਆਮ ਬੰਦੇ ਦੇ, ਕੀ ਕਹਿੰਦੇ ਹੁਣ ਖਾਸ ਬੰਦੇ ਦੇ ਵੀ ਇਹ ਰੇਂਜ ਦੇ ਵਿੱਚ ਨਹੀਂ ਰਿਹਾ।
ਅੰਮ੍ਰਿਤਸਰ ਵਿੱਚ ਗੱਲਬਾਤ ਕਰ ਰਹੇ ਸੀਗੇ ਉਹ, ਉਹਨਾਂ ਦੇ ਨਾਲ ਹੀ ਨਾਲ ਰੇਤਾ ਚੱਕਿਆ ਵੀ ਹੈ, ਨਾਲ ਚੱਕੀ ਫਿਰਦੇ ਸੀਗੇ ਜਦੋਂ ਪ੍ਰੈਸ ਕਾਨਫਰੰਸ ਹੋਈ ਆ। ਅਤੇ ਅੱਜ ਖੈਰ ਬੜੇ ਮੱਧਮ ਸੁਰਾਂ ਦੇ ਵਿੱਚ ਦਿਖੇ, ਅਤੇ ਨਾਲ ਹੀ ਉਹਨਾਂ ਨੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਹਾਡੇ ਖਿਲਾਫ ਚਿੱਠੀ ਲਿਖੀ ਗਈ ਹੈ, ਅਤੇ ਉਹ ਕਹਿੰਦੇ ਨਹੀਂ ਜੀ ਅੱਜ ਦੀ ਗੱਲ ਨਹੀਂ ਕਰਾਂਗੇ, ਇਹਦੀ ਗੱਲ ਕਦੀ ਫੇਰ ਕਰਾਂਗੇ। ਸੋ ਇਹ ਤਾਂ ਉਹਨਾਂ ਨੇ ਕੋਈ ਕੁੰਡੀ ਨਹੀਂ ਖੋਲ੍ਹੀ, ਜਦਕਿ ਪੱਤਰਕਾਰ ਭਾਈਚਾਰੇ ਵੱਲੋਂ ਇਹ ਪੁੱਛਿਆ ਇਸ ਤਰੀਕੇ ਨਾਲ ਗਿਆ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਆਪਣੇ ਜਿਹੜੇ ਆਮ ਅੰਦਾਜ਼ ਦੇ ਵਿੱਚ ਹੁੰਦੇ ਨੇ, ਜੇ ਉਹ ਅੰਦਾਜ਼ ਦੇ ਵਿੱਚ ਹੁੰਦੇ ਤਾਂ ਇਹਨਾਂ ਨੇ ਘੱਟੋ ਘੱਟ 3 ਪੇਜਾਂ ਦਾ ਜਵਾਬ ਦੇਣਾ ਸੀਗਾ। ਪਰ ਇਹਨਾਂ ਨੇ ਹਜੇ ਤੱਕ ਨਾ ਹੀ ਇਸ ਬਾਰੇ ਕੁਝ ਲਿਖਿਆ, ਨਾ ਹੀ ਕੁਝ ਬੋਲਿਆ। ਹੋ ਸਕਦਾ ਕਿ ਇਹ ਪੱਕੇ ਪੈਰੀ ਨਵਜੋਤ ਸਿੰਘ ਸਿੱਧੂ ਵੀ ਕੁਝ ਕਰਨ ਲਈ ਜਾ ਰਹੇ ਹੋਣ, ਕਿਉਂਕਿ ਜਦੋਂ ਬੰਦੇ ਕੋਲ ਜੇ ਕੁਝ ਰਿਐਕਸ਼ਨ ਇੱਕੋ ਦਮ ਆਉਂਦਾ ਤਾਂ ਉਹਦਾ ਰਿਐਕਸ਼ਨ ਕੋਈ ਹੋਰ ਹੁੰਦਾ। ਹੋ ਸਕਦਾ ਇਹ ਨਵਜੋਤ ਸਿੰਘ ਸਿੱਧੂ ਆਪ ਵੀ ਸੋਚ ਚੁੱਕੇ ਹੋਣ ਵੀ ਮੈਂ ਇਹ ਕੁਝ ਕਰ ਰਿਹਾ ਤਾਂ ਇਹਦਾ ਇਹੀ ਹੱਲ ਨਿਕਲਣਾ, ਤਾਂ ਹੋ ਸਕਦਾ ਕਿ ਉਹ ਪੱਕੇ ਪੈਰੀ ਪਹਿਲਾਂ ਹੀ ਹੋ ਕੇ ਚੱਲ ਰਹੇ। ਬਿਲਕੁਲ ਜੀ, ਪੱਕੇ ਪੈਰੀ ਹੋ ਕੇ ਚੱਲ ਰਹੇ ਨੇ, ਅਤੇ ਇਸੇ ਕਰਕੇ ਉਹ ਆਪਣੀ ਜਿਹੜੀ ਹੈ ਸਟ੍ਰੈਟਜੀ ਨੂੰ ਉਸੇ ਕਦਮ ਦਰ ਕਦਮ ਜਿਹੜੀ ਆ ਅੱਗੇ ਵਧਾ ਰਹੇ ਨੇ। ਹੁਣ ਜਿੱਥੋਂ ਤੱਕ ਗੱਲ ਜਿਹੜੀ ਆ ਉਹਨਾਂ ਨੇ ਕੇਜਰੀਵਾਲ ਸਾਹਿਬ ਉਹਨਾਂ ਦੇ ਖਿਲਾਫ ਬੋਲਿਆ ਰੇਤੇ ਦੇ ਮਾਮਲੇ ਨੂੰ, ਉਹਨਾਂ ਦਾ ਕਹਿਣਾ ਕਿ 200 ਕਰੋੜ ਰੁਪਈਆ ਜਿਹੜਾ 20,000 ਕਰੋੜ ਤਾਂ ਕੀ 200 ਕਰੋੜ ਰੁਪਇਆ ਵੀ ਜਿਹੜਾ ਤੁਸੀਂ ਜਿਹੜਾ ਕਮਾ ਕੇ ਵਿਖਾ ਦਿਓ, ਅਤੇ ਮੈਂ ਇਸ ਨੂੰ ਮੇਰਾ ਚੈਲੰਜ ਹੈਗਾ ਕਿ ਜਦੋਂ ਤੱਕ ਠੇਕੇਦਾਰੀ ਸਿਸਟਮ ਜਿਹੜਾ ਉਹ ਖਤਮ ਨਹੀਂ ਹੋਏਗਾ ਉਦੋਂ ਤੱਕ ਜਿਹੜੀ ਹੈ ਇਹਦੀ ਆਮਦਨੀ ਨਹੀਂ ਵਧਾਈ ਜਾ ਸਕਦੀ, ਕਿਸੇ ਹਾਲਤ 'ਚ ਨਹੀਂ ਵਧਾਈ ਜਾ ਸਕਦੀ। ਅਤੇ ਠੇਕੇਦਾਰੀ ਸਿਸਟਮ ਹੀ ਜਿਹੜਾ ਸਭ ਤੋਂ ਮਾੜੀ ਇਸ ਗੱਲ ਦੀ ਜਿਹੜੀ ਉਹ ਜੜ ਹੈਗੀ। ਅੰਮ੍ਰਿਤਸਰ 'ਚ ਇਹਨਾਂ ਨੇ ਇਹ ਸਾਰਾ ਕੁਝ ਕਰਕੇ ਵਿਖਾਇਆ ਹੈਗਾ। ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ 900 ਰੁਪਏ ਸੈਂਕੜਾ ਰੇਤਾ ਵਿਕਦਾ ਸੀ, ਪਰ ਅੱਜ ਜਿਹੜਾ ਉਹ 2200 ਰੁਪਏ ਸੈਂਕੜਾ ਰੇਤਾ ਵਿਕ ਰਿਹਾ, ਪਰ ਉਹ ਵੀ ਜਿਹੜਾ ਉਹ ਮਿਲ ਨਹੀਂ ਰਿਹਾ। ਉਹਨਾਂ ਕਿਹਾ ਕਿ ਅੱਜ ਰੇਤੇ ਦੀ ਟਰਾਲੀ ਜਿਹੜੀ 16,000 ਰੁਪਏ ਦੀ ਵਿਕ ਰਹੀ ਹੈ। ਰੇਤੇ ਦੀ ਘਾਟ ਕਾਰਨ ਜਿਹੜੇ ਉਹ ਕੰਮ ਬੰਦ ਹੋ ਗਏ ਨੇ, ਮਜ਼ਦੂਰ ਘਰ ਬੈਠ ਗਏ ਨੇ, ਅਤੇ ਜਿਹੜੇ ਲੋਕਾਂ ਦੀਆਂ ਕੰਸਟਰਕਸ਼ਨ ਸਾਈਟਾਂ ਜਿਹੜੀਆਂ ਨੇ ਉਵੇਂ ਹੀ ਪਈਆਂ ਨੇ, ਉੱਦਾਂ ਉਹਨਾਂ ਦਾ ਕੰਮ ਬੰਦ ਹੋਇਆ ਪਿਆ, ਭੱਠੇ ਬੰਦ ਹੋ ਗਏ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਅਜੀਬ ਜਿਹਾ ਮਾਹੌਲ ਪੈਦਾ ਕਰ ਰਹੀਆਂ ਨੇ। ਅਤੇ ਉਹ ਕਹਿੰਦਾ ਕਿ ਕੇਜਰੀਵਾਲ ਸਾਹਿਬ ਕਹਿੰਦੇ ਸੀ 20,000 ਕਰੋੜ ਰੁਪਇਆ ਅਸੀਂ ਕਮਾ ਲੈਣਾ, ਅਤੇ ਉਹ ਕਿੱਥੇ ਨੇ ਹੁਣ ਜਿਹੜੇ ਇਹ ਦਾਅਵੇ ਕਰਦੇ ਸੀਗੇ। ਅਤੇ ਹੁਣ ਤਾਂ ਜਿਹੜਾ ਉਹਨਾਂ ਨੇ ਕਿਹਾ ਵੀ ਦੁਕਾਨਦਾਰ ਕਿੱਥੇ ਜਾਣਗੇ, ਜਿਹੜੇ ਰੇਤਾ ਵੇਚਣ ਵਾਲੇ ਨੇ ਜਾਂ ਦੂਜੇ ਜਿਹੜੇ ਲੋਕੀ ਨੇ ਜਿਹੜੇ ਮਟੀਰੀਅਲ ਵੇਚ ਰਹੇ ਨੇ, ਬਿਲਡਿੰਗ ਮਟੀਰੀਅਲ ਵੇਚ ਰਹੇ ਨੇ, ਇਹ ਕੀ ਕਰਨਗੇ। ਉਹਨਾਂ ਨੇ ਕਹਿ ਲਿਆ ਕਿ ਵੀ ਜਦ ਤੱਕ ਠੇਕੇਦਾਰੀ ਸਿਸਟਮ ਨਹੀਂ ਖਤਮ ਹੁੰਦਾ ਉਦੋਂ ਤੱਕ ਜਿਹੜਾ ਇਹ ਸਿਸਟਮ ਨੂੰ ਜਿਹੜਾ ਉਹ ਸੁਧਾਰਿਆ ਨਹੀਂ ਜਾ ਸਕਦਾ। ਜਿੱਥੋਂ ਤੱਕ ਗੱਲ ਰਹੀ ਵੀ ਉਹਨਾਂ ਤੋਂ ਇਹ ਸਵਾਲ ਪੁੱਛਣ ਦੀ ਵੀ ਤੁਹਾਡੇ ਖਿਲਾਫ ਨੋਟਿਸ ਜਾਂ ਜੋ ਵੀ ਅੱਗੇ ਗੱਲ ਜਿਹੜਾ ਉਹਨਾਂ ਦੇ ਖਿਲਾਫ ਕਾਰਵਾਈ ਦੀ ਗੱਲ ਚੱਲ ਰਹੀ ਹੈ, ਤਾਂ ਫਿਰ ਉਹ ਥੋੜ੍ਹਾ ਜਿਹਾ ਬਚ ਕੇ ਚੱਲ ਰਹੇ ਨੇ। ਹਾਲੇ ਉਹ ਕਹਿ ਰਹੇ ਨੇ ਵੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਵੀ ਪਾਰਟੀ ਦਾ ਅੰਦਰੂਨੀ ਮਾਮਲਾ ਹੈਗਾ। ਅਤੇ ਇੱਕ ਗੱਲ ਤੁਸੀਂ ਦੇਖੋ ਵੀ ਇਹ ਚੀਜ਼ਾਂ ਦੇ ਲਈ ਜਿਹੜਾ ਉਹ ਇੱਕ ਜਿਵੇਂ ਕਹਿੰਦੇ ਨਾ ਵੀ ਇੱਕ ਪੂਰੇ ਐਕਸਪੀਰੀਅੰਸ ਜਿਹੜੇ ਸਿਆਸਤਦਾਨ ਵਾਂਗੂ ਉਹਨਾਂ ਨੇ ਜਿਹੜੀਆਂ ਉਹ ਕਾਰਵਾਈ ਕੀਤੀ ਹੈ। ਪਿਛਲੇ ਸਮੇਂ ਦੇ ਦੌਰਾਨ ਤੁਹਾਨੂੰ ਯਾਦ ਹੋਏਗਾ ਕਿ ਢਿੱਲੋਂ ਅਤੇ ਇਹਨਾਂ ਦੀ ਆਪਸੀ ਲੜਾਈ ਜਿਹੜੀ ਸੜਕ 'ਤੇ ਵੀ ਹੋਈ ਸੀ, ਅਤੇ ਢਿੱਲੋਂ ਹੋਣਾ ਨੇ ਇਹਨਾਂ ਨੂੰ ਸਿੱਧਾ ਸੜਕ ਦੇ ਉੱਤੇ ਕਾਫੀ ਚੀਜ਼ਾਂ ਬੋਲੀਆਂ ਸੀਗੀਆਂ, ਪਰ ਉੱਥੋਂ ਵੀ ਇਹ ਬਿਨਾਂ ਕੁਛ ਬੋਲੇ ਨਿਕਲ ਗਏ ਸੀਗੇ। ਅਤੇ ਉੱਥੇ ਇਹਨਾਂ ਨੇ ਮਤਲਬ ਕੋਈ ਵੀ ਸ਼ਬਦ ਨਹੀਂ ਕਿਹਾ ਸੀ, ਇੱਥੋਂ ਸੋ ਆਪਣਾ ਪ੍ਰੋਗਰਾਮ ਖਤਮ ਕਰਕੇ ਇੱਥੋਂ ਨਿਕਲ ਗਏ ਸੀ। ਕੋਈ ਗੱਲ ਇੱਕ ਲਫ਼ਜ਼ ਵੀ ਉਹਦੇ ਖਿਲਾਫ ਨਹੀਂ ਬੋਲੇ ਸੀ। ਇੱਦਾਂ ਹੀ ਹੁਣ ਵੀ ਜਿਹੜਾ ਉਹਨਾਂ ਨੂੰ ਨੋਟਿਸ ਦੇਣ ਦੀ ਗੱਲ ਕੀਤੀ ਹੈ, ਅਤੇ ਉਹਨਾਂ ਨੇ ਇਸ ਦਾ ਸਿੱਧਾ ਜਿਹੜਾ ਪਬਲਿਕਲੀ ਕੁਛ ਨਹੀਂ ਬੋਲਿਆ। ਸੋ ਇਹ ਇੱਕ ਰਣਨੀਤੀ ਦੇ ਤਹਿਤ ਚੱਲ ਰਹੇ ਨੇ ਤਾਂ ਕਿ ਉਹ ਉੱਥੇ ਸਾਬਤ ਕਰ ਸਕਣ ਹਾਈ ਕਮਾਂਡ ਦੇ ਕੋਲ ਵੀ ਕਿ ਇਹ ਜਿਹੜਾ ਇਹ ਆਪਣੇ ਆਪ ਦੇ ਵਿੱਚ ਜਿਹੜਾ ਇਹ ਜੋ ਕਰ ਰਹੇ ਨੇ ਪੰਜਾਬ ਦੇ ਭਲੇ ਲਈ ਕਰ ਰਹੇ ਨੇ, ਪਾਰਟੀ ਵਿਰੋਧੀ ਕੁਛ ਵੀ ਨਹੀਂ ਹੈਗਾ। ਪਰ ਇੱਕ ਗੱਲ ਦੇਖੋ ਤੁਸੀਂ ਵੀ ਉਹਨਾਂ ਨੇ ਇਹ ਦੂਜੇ ਪਾਸੇ ਸੁਨੀਲ ਜਾਖੜ ਹੋਣੀ ਨੇ, ਉਹਨਾਂ ਨੇ ਜ਼ਰੂਰ ਜਿਹੜਾ ਉਹ ਪਾਰਟੀ ਦੇ ਵਿਰੁੱਧ ਜਿਹੜਾ ਉਹ ਮੋਰਚਾ ਖੋਲ੍ਹ ਦਿੱਤਾ ਹੈਗਾ। ਅਤੇ ਉਹ ਅਲਵਰ ਅਤੇ 3-4 ਜਗ੍ਹਾ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਜਦੋਂ ਕਾਂਗਰਸ ਦਾ ਚਿੰਤਨ ਜਿਹੜਾ ਕੈਂਪ ਲੱਗੇਗਾ ਚੰਡੀਗੜ੍ਹ, ਇੱਕ ਰਾਜਸਥਾਨ ਅਤੇ ਇੱਕ ਹੋਰ ਜਗ੍ਹਾ ਦੇ ਉੱਤੇ, ਤਾਂ ਉੱਥੇ ਇਹ ਜਿਹੜੀ ਹੈ ਪ੍ਰੈਸ ਕਾਨਫਰੰਸ ਉਸ ਜਗ੍ਹਾ 'ਤੇ ਜਾ ਕੇ ਪਾਰਟੀ ਦੀ ਜਿਹੜੀ ਪੋਲ ਖੋਲ੍ਹਣਗੇ। ਇਹਦਾ ਮਤਲਬ ਇਹ ਹੈ ਕਿ ਉਹ ਪੂਰੀ ਤਿਆਰੀ ਕਰੀ ਬੈਠੇ ਨੇ ਕਿ ਪਾਰਟੀ ਛੱਡਣਗੇ। ਹਾਲੇ ਕੀ ਡਿਸਾਈਡ ਕਰਨਾ ਹੈ, ਕਿੱਦਾਂ ਡਿਸਾਈਡ ਕਰਨਾ ਹੈ, ਦੋ ਵੱਡੇ ਆਗੂ ਜਿਹੜੇ ਨੇ ਜੇਕਰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਆ ਜਾਣ ਤਾਂ ਫਿਰ ਪਾਰਟੀ ਨੂੰ ਬੜਾ ਵੱਡਾ ਸੈੱਟਬੈਕ ਲੱਗ ਸਕਦਾ ਹੈਗਾ। ਅਤੇ ਦੋਨਾਂ ਨੂੰ ਤੇ ਇਕੱਠੀ ਕਾਰਵਾਈ ਕਰਦੇ ਨੇ ਤਾਂ ਫਿਰ ਕਾਂਗਰਸ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਾਫੀ ਕਮਜ਼ੋਰ ਹੋਵੇਗੀ, ਕਿਉਂਕਿ ਇੱਕ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਿੱਚੋਂ ਨਿਕਲ ਗਏ, ਨਵਜੋਤ ਸਿੰਘ ਸਿੱਧੂ ਔਰ ਸੁਨੀਲ ਜਾਖੜ, ਤਿੰਨ ਜਿਹੜੇ ਵੱਡੇ ਆਗੂ ਜਿਹੜੇ ਜੇ ਉਹਨਾਂ ਦੇ ਉੱਤੇ ਇਕੱਠੀ ਮਤਲਬ ਅਮਰਿੰਦਰ ਸਿੰਘ ਤਾਂ ਆਪਣੇ ਆਪ ਨਿਕਲ ਗਏ ਅਤੇ ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਹੁੰਦੀ ਹੈ ਤਾਂ ਫਿਰ ਆਪਣੇ ਆਪ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਕਾਫੀ ਕਮਜ਼ੋਰ ਹੋਏਗੀ। ਤੁਸੀਂ ਅੱਜ ਦੇਖੋ ਵੀ ਰਾਜਾ ਵੜਿੰਗ ਜੇ ਜਾਂਦੇ ਨੇ ਅਤੇ ਉਹਦੇ 'ਚ ਕੋਈ ਵੱਡੇ ਚਿਹਰੇ ਜਿਹੜੇ ਨੇ ਉਹ
ਜਿਹੜੇ ਬਹੁਤ ਘੱਟ ਨਜ਼ਰ ਆਉਂਦੇ ਨੇ। ਬੇਸ਼ੱਕ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਅੱਜ ਉਹਨਾਂ ਦੇ ਨਾਲ ਹੈਗੇ ਨੇ, ਪਰ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਬਹੁਤ ਵੱਡਾ ਜਿਹੜਾ ਚਿਹਰੇ ਹੈਗੇ ਨੇ ਉਹ ਜਿਹੜੀ ਸੈਲੀਬ੍ਰਿਟੀ ਜਿਨ੍ਹਾਂ ਨੂੰ ਆਪਾਂ ਕਿਹਾ ਜਾ ਸਕਦਾ, ਉਹ ਇਸ ਟਾਈਮ ਰਾਜਾ ਵੜਿੰਗ ਹੋਣਾ ਦੇ ਨਾਲ ਜ਼ਿਆਦਾਤਰ ਦਿਖਾਈ ਨਹੀਂ ਦਿੰਦੇ। ਅਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਉਹ ਤੋਂ ਦੂਰੀ ਬਣਾ ਰੱਖੀ ਹੈ, ਅਤੇ ਸੁਨੀਲ ਜਾਖੜ ਹੋਣਾ ਨੇ ਜਿਹੜੇ ਆ ਸਿਆਸੀ ਜਿਹੜੀ ਆ ਉਹਨਾਂ ਤੋਂ ਕਿਨਾਰਾ ਕੀਤਾ ਹੋਇਆ ਪ੍ਰੋਗਰਾਮਾਂ ਤੋਂ। ਸੋ ਜੇਕਰ ਇਹਨਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਤਾਂ ਹਾਈ ਕਮਾਂਡ ਵੀ ਇਹ ਸੋਚ ਸਮਝ ਕੇ ਪੂਰੀ ਕਾਰਵਾਈ ਕਰੇਗੀ। ਫਿਲਹਾਲ ਇਹੀ ਸੋਚ ਕੇ ਉਹਨਾਂ ਨੇ ਸੁਨੀਲ ਜਾਖੜ ਉਹਨਾਂ ਦੇ ਉੱਤੇ ਜਿਹੜਾ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ, ਉਹਨਾਂ ਦੇ ਉੱਤੇ ਕੋਈ ਜਿਹੜੀ ਸਿਫਾਰਸ਼ਾਂ ਕੀਤੀਆਂ ਨੇ 2 ਸਾਲ ਵਾਸਤੇ ਸਸਪੈਂਡ ਕਰਨ ਦੀਆਂ, ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ। ਉਹਨਾਂ ਨੂੰ ਪਤਾ ਵੀ ਇਹਦਾ ਐਕਸ਼ਨ ਲੈਣ ਦਾ ਜਿਹੜਾ ਉਹ ਰਿਐਕਸ਼ਨ ਕੀ ਹੋਏਗਾ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜਾ ਉਹਨਾਂ ਨੇ ਹਰੀਸ਼ ਚੌਧਰੀ ਨੇ ਲਿਖ ਕੇ ਕਿਹਾ ਵੀ ਇਹਨਾਂ ਦੇ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ। ਕਾਫੀ ਸੋਚ ਸਮਝ ਕੇ ਕਰਨ ਦੀ ਗੱਲ ਹੋਵੇਗੀ ਜੇ ਕਰਨਗੇ ਤਾਂ। ਪਰ ਇੱਕ ਗੱਲ ਵੇਖਣ ਵਾਲੀ ਹੋਏਗੀ ਕਿ ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਵਾਲੇ ਮਾਮਲੇ ਦੇ ਵਿੱਚ ਕਾਫੀ ਫਰਕ ਹੈ। ਸੁਨੀਲ ਜਾਖੜ ਤੋਂ ਹਾਈ ਕਮਾਂਡ ਇੰਨਾ ਜ਼ਿਆਦਾ ਦੁਖੀ ਨਹੀਂ ਸੀ ਜਿੰਨਾ ਜ਼ਿਆਦਾ ਨਵਜੋਤ ਸਿੰਘ ਸਿੱਧੂ ਤੋਂ ਇਸ ਟਾਈਮ ਹੈਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਨਾ ਕੈਪਟਨ ਅਮਰਿੰਦਰ ਸਿੰਘ ਨੂੰ ਜਿਉਣ ਦਿੱਤਾ ਸਿਆਸੀ ਤੌਰ ਦੇ ਉੱਤੇ, ਨਾ ਜਿਹੜਾ ਉਹ ਚਰਨਜੀਤ ਸਿੰਘ ਚੰਨੀ ਨੂੰ ਜਿਉਣ ਦਿੱਤਾ ਸਿਆਸੀ ਤੌਰ ਦੇ ਉੱਤੇ, ਅਤੇ ਨਾ ਹੀ ਹੁਣ ਉਹ ਰਾਜਾ ਵੜਿੰਗ ਹੋਣਾ ਨੂੰ ਜਿਹੜਾ ਉਹ ਕੋਆਪਰੇਟ ਕਰ ਰਹੇ ਨੇ। ਅਤੇ ਉਹ ਸਰਕਾਰਾਂ ਜਿਹੜੀਆਂ ਨੇ, ਦੋਨੇ ਸਰਕਾਰਾਂ ਜਿਹੜੀਆਂ ਕਾਂਗਰਸ ਦੀਆਂ, ਚੰਨੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਿਹੜੀ, ਉਹਨਾਂ ਨੇ ਚੱਲਣ ਨਹੀਂ ਦਿੱਤੀ। ਅਤੇ ਕਿਤੇ ਨਾ ਕਿਤੇ ਵੱਡਾ ਕਾਰਨ ਜਿਹੜਾ ਹਾਰ ਦਾ ਪੰਜਾਬ ਦੇ ਵਿੱਚ ਉਹ ਇੱਕ ਆਪਸੀ ਘਮਸਾਨ ਵੀ ਇਹਨਾਂ ਦਾ ਰਿਹਾ ਹੈਗਾ। ਅਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਹਾਈ ਕਮਾਂਡ ਨੂੰ ਚੰਗੀ ਤਰ੍ਹਾਂ ਪਤਾ ਨੇ, ਅਤੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਸ਼ਾਇਦ ਇਸ ਚੀਜ਼ ਦੀ ਨਾਰਾਜ਼ਗੀ ਨਿਕਲ ਸਕਦੀ ਹੈ। ਪਰ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਕੱਦ ਐਡਾ ਵੱਡਾ ਹੈਗਾ ਸਿਆਸੀ, ਅਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਬਾਰੇ ਵੀ ਜਿਹੜੀ ਆ ਕਾਫੀ ਸੋਚੇਗੀ। ਪਰ ਸ਼ਾਇਦ ਇਹ ਵੇਲਾ ਆ ਗਿਆ ਕਿ ਹੁਣ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਬਾਰੇ ਕੋਈ ਨਾ ਕੋਈ ਡਿਸੀਜਨ ਲਿੱਤਾ ਜਾਏਗਾ ਜਾਂ ਉਹਨਾਂ ਨੂੰ ਬੁਲਾ ਕੇ ਗੱਲ ਕੀਤੀ ਜਾਏਗੀ। ਪਰ ਜਿੱਦਾਂ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਨਵਜੋਤ ਸਿੰਘ ਸਿੱਧੂ ਹੋਣਾ ਦੀ ਇੱਕ ਤਸਵੀਰ ਆਈ ਹੈ ਅਤੇ ਉਹਦੇ 'ਤੇ ਟਵੀਟ ਵੀ ਆਇਆ, ਅਤੇ ਉਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਵੱਲੋਂ ਪਾਰਟੀ ਦੇ ਜੁਆਇਨ ਨਾ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਤਾਰੀਫ ਕੀਤੀ ਹੈਗੀ ਹੈ, ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹ ਗਲਤ ਸੁਨੇਹਾ ਗਿਆ। ਅਤੇ ਇੱਕ ਇਹ ਵੀ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਰਲ ਕੇ ਕੋਈ ਪਾਰਟੀ ਬਣਾ ਸਕਦੇ ਨੇ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਦੇ ਨੇ ਬਿਹਾਰ ਦੇ ਵਿੱਚ ਇਲੈਕਸ਼ਨ ਲੜਨ ਦੀ ਗੱਲ ਕੀਤੀ ਹੈ, ਅਤੇ ਇਹ ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਦੇ ਵਿੱਚ ਅਲੱਗ ਥਲੱਗ ਚੱਲ ਰਹੇ ਨੇ। ਸੋ ਕਿਤੇ ਨਾ ਕਿਤੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਗੱਠਜੋੜ, ਉਹਨਾਂ ਦਾ ਕਾਂਗਰਸ ਪਾਰਟੀ ਨਾ ਜੁਆਇਨ ਕਰਨਾ, ਅਲੱਗ ਪਾਰਟੀ ਬਣਾਉਣ ਦੇ ਸੰਕੇਤ ਦੇਣੇ, ਨਵਜੋਤ ਸਿੰਘ ਸਿੱਧੂ ਉਹਨਾਂ ਨਾਲ ਮਿਲਣਾ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਇੱਕ ਨੈਗੇਟਿਵ ਸੰਕੇਤ ਦੇ ਰਹੇ ਨੇ ਜਿਹੜਾ ਕਾਂਗਰਸ ਹਾਈ ਕਮਾਂਡ ਨੂੰ। ਅਤੇ ਇਹ ਚੀਜ਼ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਨੂੰ ਵੀ ਥੋੜ੍ਹਾ ਜਿਹਾ ਸਿਆਸੀ ਤੌਰ 'ਤੇ ਮਜ਼ਬੂਤ ਕਰਦੀ ਆ ਵੀ ਉਹਨਾਂ ਨਾਲ ਪ੍ਰਸ਼ਾਂਤ ਕਿਸ਼ੋਰ ਵਰਗੇ ਆਗੂ ਹੈਗੇ ਨੇ ਜਿਨ੍ਹਾਂ ਦਾ ਡਰ ਬਣਿਆ ਹੋਇਆ। ਸੋ ਦੇਖੋ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਦੂਜੇ ਪਾਸੇ ਆਪਾਂ ਗੱਲ ਕਰ ਲਈਏ ਤਾਂ ਰਾਜਾ ਵੜਿੰਗ ਹੋਣੀ ਨੇ ਜਿਹੜੇ ਉਹ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਜਿਹੜੀ ਲੀਡਰਸ਼ਿਪ ਆ ਉਹਦੇ ਨਾਲ ਅੱਜ ਪਟਿਆਲੇ ਆਏ ਹੋਏ ਸੀਗੇ, ਅਤੇ ਇੱਥੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਉਹਨਾਂ ਨੇ ਈਦ ਦੀਆਂ ਵਧਾਈਆਂ ਦਿੱਤੀਆਂ, ਫਿਰ ਪਰਸ਼ੁਰਾਮ ਜਿਹੜੀ ਜਯੰਤੀ ਆ ਉਹਦੀਆਂ ਵਧਾਈਆਂ ਦਿੱਤੀਆਂ। ਇਸ ਤੋਂ ਬਾਅਦ ਉਹ ਸਿੱਧਾ ਚਲੇ ਗਏ ਚੰਡੀਗੜ੍ਹ ਗਵਰਨਰ ਸਾਹਿਬ ਨੂੰ ਮਿਲ ਕੇ ਉਹਨਾਂ ਕਿਹਾ ਕਿ ਜਿਹੜਾ ਕੇਜਰੀਵਾਲ ਤੇ ਪੰਜਾਬ ਦੇ ਦੌਰਾਨ ਜਿਹੜਾ ਦਿੱਲੀ ਦੇ ਪੰਜਾਬ ਦੇ ਵਿੱਚ ਹੁਣ MOU ਸਾਈਨ ਹੋਇਆ ਹੈ ਨੌਲੇਜ ਸ਼ੇਅਰਿੰਗ, ਕਹਿੰਦੇ ਉਹਦਾ ਕਹਿੰਦੇ ਕੋਈ ਸੰਵਿਧਾਨਿਕ ਆਧਾਰ ਹੈ ਨਹੀਂਗਾ, ਕਹਿੰਦੇ ਉੱਥੇ ਹਰੇਕ ਥਾਂ ਤੇ ਗਵਰਨਰ ਨੂੰ ਹੋਣਾ ਜ਼ਰੂਰੀ ਹੈ, ਜੋ ਕਿ ਸੀਗਾ ਨਹੀਂ, ਅਤੇ ਇਸ ਕਰਕੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਰੱਦ ਕੀਤੇ ਜਾਣਗੇ। ਇਹਨੂੰ ਆਪਾਂ ਕਿਵੇਂ ਸਮਝ ਸਕਦੇ ਹਾਂ? ਦੇਖੋ ਜਿਹੜਾ ਇਹ ਰਾਜਪਾਲ ਨੂੰ ਮਿਲ ਕੇ ਇਹਨਾਂ ਨੇ ਮੁੱਦਾ ਚੱਕਿਆ ਹੈਗਾ, ਉਹ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਵੀ ਉਹ ਚਾਹੁੰਦੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਨਾ ਹੋਣ, ਜੇ ਹੋਣਗੀਆਂ ਤਾਂ ਕਿਤੇ ਨਾ ਕਿਤੇ ਸਿਆਸੀ ਤੌਰ ਦੇ ਉੱਤੇ ਪੰਜਾਬ ਦੀਆਂ ਪਾਰਟੀਆਂ ਨੂੰ ਵੀ ਨੁਕਸਾਨ ਹੋਵੇਗਾ, ਕੇਂਦਰ ਨੂੰ ਵੀ ਨੁਕਸਾਨ ਹੋਣ ਵਾਲਾ ਇਹਦੇ ਨਾਲ। ਪਰ ਸੰਵਿਧਾਨਕ ਤੌਰ ਦੇ ਉੱਤੇ ਕਿੰਨਾ ਕੁ ਇਹਦੇ ਲਈ ਉਹਨਾਂ ਨੇ ਇਹਨੂੰ ਜਿਹੜਾ ਉਹ ਸਹੀ ਹੈਗੇ ਨੇ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਲੈ ਕੇ, ਕੀ ਇਹ ਕਾਨੂੰਨੀ ਪੱਖ ਇਹਦਾ ਵਿਚਾਰਿਆ ਗਿਆ ਸੀਗਾ ਅਤੇ ਕੀ ਇਹ ਕਰਨਾ ਜਾਇਜ਼ ਹੈਗਾ, ਇਹ ਜ਼ਿਆਦਾਤਰ ਹਾਲੇ ਜਿਹੜੇ ਸੰਵਿਧਾਨ ਦੀ ਜਾਣਕਾਰੀ ਰੱਖਣ ਵਾਲੇ ਉਹ ਹੀ ਦੱਸ ਸਕਦੇ ਨੇ। ਲੇਕਿਨ ਜੋ ਕੁਝ ਵੀ ਹੋ ਰਿਹਾ ਉਹ ਕਿਤੇ ਨਾ ਕਿਤੇ ਦਿੱਲੀ ਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਹੋ ਰਿਹਾ, ਅਤੇ ਜੇਕਰ ਇੱਦਾਂ ਜਿਹੜਾ ਜਾਣਕਾਰੀ ਜਿਹੜਾ ਉਹ ਇੱਕ ਦੂਜੇ ਦਾ ਆਦਾਨ ਪ੍ਰਦਾਨ ਕਰਕੇ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ ਅਤੇ ਉਹਦੇ ਨਾਲ ਲੋਕਾਂ ਦਾ ਫਾਇਦਾ ਹੋਵੇਗਾ, ਅਤੇ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਕਿਸੇ ਦਾ ਸਿਆਸੀ ਢਿੱਡ ਪੀੜ ਹੋਣਾ ਚਾਹੀਦਾ। ਉਹ ਜੇ ਹੁੰਦਾ ਤਾਂ ਫਿਰ ਕਿਤੇ ਨਾ ਕਿਤੇ ਲੋਕਾਂ ਨੂੰ ਇਸ ਚੀਜ਼ ਨੂੰ ਲੈ ਕੇ ਜਾਗਰੂਕ ਹੋਣਾ ਪੈਣਾ ਕਿ ਇਸ ਦੇ ਵਿੱਚੋਂ ਸੰਵਿਧਾਨਕ ਪੱਖ ਕਿੱਥੇ ਕਮਜ਼ੋਰ ਹੈ, ਕਿੱਥੇ ਸੰਵਿਧਾਨ ਦੀ ਉਲੰਘਣਾ ਹੋ ਰਹੀ ਹੈ,
ਤੇ ਜੇਕਰ ਸੰਵਿਧਾਨ ਦੀ ਉਲੰਘਣਾ ਹੋ ਰਹੀ ਹੈ ਤਾਂ ਫਿਰ ਵਾਕਈ ਹੀ ਇਸ ਚੀਜ਼ ਦੇ ਉੱਤੇ ਵਿਚਾਰ ਕਰਨ ਬਣਦਾ ਹੈ। ਪਰ ਜੇਕਰ ਸੰਵਿਧਾਨ ਦੀ ਉਲੰਘਣਾ ਨਹੀਂ ਹੋ ਰਹੀ ਤੇ ਇਹ ਸਿਆਸੀ ਢਿੱਡ ਪੀੜ ਕਰਕੇ ਹੀ ਇਸ ਚੀਜ਼ ਦਾ ਰੌਲਾ ਪੈ ਰਿਹਾ ਤਾਂ ਫਿਰ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਤੇ ਆਮ ਆਦਮੀ ਪਾਰਟੀ ਦੇ ਜਿਹੜੀ ਸਰਕਾਰ ਹੈ ਉਸ ਨੂੰ ਵੀ ਇਸ ਮਾਮਲੇ ਦੇ ਵਿੱਚ ਡਟ ਕੇ ਜਿਹੜਾ ਪ੍ਰਚਾਰ ਕਰਨ ਦੀ ਲੋੜ ਹੈ ਤਾਂ ਕਿ ਲੋਕ ਹਿੱਤ ਕਿਤੇ ਵੀ ਜਿਹੜਾ ਉਹ ਸਿਆਸੀ ਭੇਟ ਨਾ ਚੜ੍ਹ ਜਾਣ। ਕਿਉਂਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਦੇ ਵਿੱਚ ਲੋਕ ਹਿੱਤ ਸਿਆਸੀ ਭੇਟ ਚੜ੍ਹੇ ਨੇ। ਉਹਦੇ ਵਿੱਚ ਚਾਹੇ ਉਹ ਤੁਸੀਂ ਕਾਂਗਰਸ ਦੀਆਂ ਸਰਕਾਰਾਂ ਹੋਣ ਤੇ ਚਾਹੇ ਉਹ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਜਾਂ ਜਿਹੜੀ ਉਹ ਬਹੁਜਨ ਸਮਾਜ ਪਾਰਟੀ ਦੀਆਂ ਸਰਕਾਰਾਂ ਹੋਣ, 43 ਸਾਲ ਇਹਨਾਂ ਨੇ ਟੋਟਲ ਜਿਹੜਾ ਰਾਜ ਕੀਤਾ ਦੋਨਾਂ ਨੇ ਰਲ ਕੇ, ਤੇ ਇਹਦੇ ਵਿੱਚ ਹਾਲੇ ਤੱਕ ਜਿਹੜਾ ਪਬਲਿਕ ਹਿੱਤਾਂ ਦੀ ਗੱਲ ਜਿਹੜੀ ਉਹ ਕਿਤੇ ਪਾਸੇ ਜਿਹੜੀ ਉਹ ਨਹੀਂ ਨਿਕਲੀ ਇਹੋ ਜੀ। ਤੇ ਜੇਕਰ ਇਹੋ ਜੀ ਨਹੀਂ ਨਿਕਲੀ ਤੇ ਤਾਂ ਹੀ ਜਿਹੜੀ ਆ ਉਹ ਐਡਾ ਵੱਡਾ ਪ੍ਰਚੰਡ ਬਹੁਮਤ ਜਿਹੜਾ ਉਹ ਇਹਨਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਜਨਤਾ ਵੱਲੋਂ। ਬੇਸ਼ੱਕ 92 ਸੀਟਾਂ ਜਿਹੜੀਆਂ ਸੀਗੀਆਂ ਉਹ 97 ਦੀ ਸਰਕਾਰ ਦੇ ਵਿੱਚ ਆਈਆਂ ਸੀਗੀਆਂ ਸ਼੍ਰੋਮਣੀ ਅਕਾਲੀ ਦਲ ਦੀ, ਪਰ ਉਸ ਵੇਲੇ ਇਹ ਲੋਕਾਂ ਦਾ ਗੁੱਸਾ ਉਸ ਗੱਲ ਨੂੰ ਲੈ ਕੇ ਸੀਗਾ ਜਿਹੜਾ 92 ਤੋਂ ਲੈ ਕੇ 97 ਤੱਕ ਦੀ ਕਾਂਗਰਸ ਸਰਕਾਰ ਦੇ ਵੇਲੇ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਜੋ ਕੁਝ ਵੀ ਹੋਇਆ, ਇੱਥੇ ਪੰਜਾਬ ਦੇ ਲੋਕਾਂ ਨਾਲ ਜੋ ਕੁਝ ਵੀ ਹੋਇਆ, ਉਸ ਨੂੰ ਲੋਕਾਂ ਵੱਲੋਂ ਨਕਾਰਿਆ ਗਿਆ, ਗੁੱਸਾ ਕੱਢਿਆ ਗਿਆ ਉਹਦੇ 'ਤੇ। ਤੇ ਇਸੇ ਕਰਕੇ 93 ਸੀਟਾਂ ਜਿਹੜੀਆਂ ਸੀਗੀਆਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਆਈਆਂ ਸੀਗੀਆਂ। ਪਰ ਇਸ ਵੇਲੇ ਕੋਈ ਗੁੱਸੇ ਦੀ ਕਿਸੇ ਜਿਹੜੇ ਉਹ ਕਿਸੇ ਘਾਣ ਨੂੰ ਲੈ ਕੇ ਗੁੱਸਾ ਨਹੀਂ ਸੀਗਾ। ਇਸ ਵੇਲੇ ਸਿੱਧਾ ਦਾ ਸਿੱਧਾ ਜਿਹੜਾ ਉਹ ਇੱਕ ਬਦਲ ਲਿਆਉਣ ਦੀ ਗੱਲ ਕੀਤੀ ਜਾ ਰਹੀ ਸੀ। ਕੇਂਦਰ ਦੇ ਵਿੱਚ ਜੋ ਖੇਤੀ ਕਾਨੂੰਨ ਆਏ ਉਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਬਵਾਲ ਖੜਾ ਹੋਇਆ ਤੇ ਦੂਜੇ ਪਾਸੇ ਜੋ ਵਾਅਦੇ ਕੀਤੇ ਗਏ ਪੰਜਾਬ ਦੇ ਵਿੱਚ ਉਹ ਪੂਰੇ ਨਹੀਂ ਹੋਏ। ਬੇਦਬੀ ਤੇ ਗੋਲੀਕਾਂਡ ਦੀਆਂ ਘਟਨਾਵਾਂ ਦਾ ਮਸਲੇ ਉੱਦਾਂ ਦੇ ਉੱਦਾਂ ਹੀ ਰਹਿ ਗਏ, ਨਸ਼ਿਆਂ ਦੇ ਮੁੱਦੇ ਉੱਦਾਂ ਹੀ ਰਹਿ ਗਏ, ਝੂਠ ਬੋਲ ਕੇ ਜਿੱਦਾਂ ਦੇ ਜੋ ਕੁਝ ਵਾਅਦੇ ਕੀਤੇ ਗਏ ਸੀਗੇ ਉਹ ਅਧੂਰੇ ਰਹੇ ਤੇ ਉਸ ਦਾ ਗੁੱਸਾ ਲੋਕ ਕੱਢਣਾ ਚਾਹੁੰਦੇ ਸੀ। ਪਰ ਉਹਨਾਂ ਨੇ ਕੱਢਿਆ ਇਸ ਕਰਕੇ ਨਹੀਂ ਜਿਹੜਾ ਗਿਆ ਕਿਉਂਕਿ ਉਸ ਵੇਲੇ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਐਡਾ ਵੱਡਾ ਫਤਵਾ ਦਿੱਤਾ ਤੇ ਉਹਨਾਂ ਨੂੰ ਕੇਂਦਰ ਸਰਕਾਰ ਨੂੰ ਝੁਕਾਉਣ ਲਈ ਵੀ ਮਜਬੂਰ ਕਰਤਾ। ਪਰ ਤਾਂ ਗੁੱਸਾ ਜਿਹੜਾ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਲੋਕ ਇਸ ਕਰਕੇ ਨਹੀਂ ਗਏ ਕਿਉਂਕਿ ਕਿਸਾਨ ਵੀ ਸਿਆਸਤ ਵੱਲ ਖੋਤ ਰਹੇ ਸੀ ਤੇ ਇਹ ਨਹੀਂ ਚਾਹੁੰਦੇ ਸੀ ਲੋਕੀ ਵੀ ਸਿਆਸਤ ਵੱਲ ਤੁਰ ਕੇ ਕਿਸਾਨ ਵੀ ਜਿਹੜੇ ਉਹ ਫਿਰ ਇੱਕ ਸਿਆਸਤ ਦਾ ਸ਼ਿਕਾਰ ਹੋ ਜਾਣ। ਇਸ ਕਰਕੇ ਉਹਨਾਂ ਨੇ ਕਿਸਾਨਾਂ ਦੇ ਜਿਹੜੇ ਆਗੂ ਸੀ ਉਹਨਾਂ ਨੂੰ ਵੀ ਨਕਾਰ ਦਿੱਤਾ ਤੇ ਆਮ ਆਦਮੀ ਪਾਰਟੀ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਉਹਨਾਂ ਨੂੰ ਇੱਕ ਸਾਇਲੈਂਟ ਤੌਰ ਤੇ ਬੈਠੀ ਸੀ ਤੇ ਇੱਕ ਬਦਲ ਨਜ਼ਰ ਆ ਰਹੀ ਸੀ। ਉਹਨਾਂ ਨੂੰ ਇੱਕ ਜਿਹੜਾ ਸਾਇਲੈਂਟ ਵੋਟ ਵੀ ਪਈ, ਗੁੱਸੇ ਵਾਲੀ ਵੀ ਪਈ ਤੇ ਹਰ ਤਰ੍ਹਾਂ ਦੀ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਚਲੀ ਗਈ। ਹੁਣ ਲੋੜ ਹੈ ਇਸ ਮਾਮਲੇ ਨੂੰ ਸੁਲਝਾ ਕੇ ਰੱਖਣ ਦੀ, ਇਸ ਮਾਮਲੇ ਨੂੰ ਚੰਗੀ ਤਰ੍ਹਾਂ ਜਿਹੜਾ ਉਹ ਦਿਮਾਗ 'ਚ ਬਿਠਾਉਣ ਦੀ ਕਿ ਲੋਕਾਂ ਦਾ ਗੁੱਸੇ ਦੇ ਕਾਰਨ ਉਹਨਾਂ ਦੀ ਪਾਰਟੀ ਜਿਹੜੀ ਆ ਉਹ ਸੱਤਾ ਦੇ ਵਿੱਚ ਆਈ ਹੈ। ਇਸ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ ਇਸ ਫਤਵੇ ਨੂੰ, ਤੇ ਫਤਵਾ ਤਾਂ ਹੀ ਜਿਹੜਾ ਉਹ ਲੋਕਾਂ ਦਾ ਅੱਗੇ ਜਾਰੀ ਰਹਿ ਸਕਦਾ ਜੇਕਰ ਉਹ ਕੰਮ ਕਰਕੇ ਵਿਖਾਉਣਗੇ। ਤੇ ਜੇਕਰ ਉਹ ਕੰਮ ਸੰਵਿਧਾਨ ਦੇ ਅਨੁਸਾਰ ਕਰਨਗੇ ਤੇ ਕੋਈ ਅੜਿੱਕਾ ਨਹੀਂ ਲਾ ਸਕਦਾ। ਪਰ ਜੇਕਰ ਸੰਵਿਧਾਨ ਦੀ ਕਿਤੇ ਵੀ ਉਲੰਘਣਾ ਹੁੰਦੀ ਹੈ ਫਿਰ ਉਹ ਪਾਰਟੀਆਂ ਜਿਹੜੀਆਂ ਨੇ ਉਹ ਇੱਕ ਘਾਤ ਲਾਈ ਬੈਠੀਆਂ ਨੇ ਕਿ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਫੜਿਆ ਜਾਵੇ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਪਾਰਟੀਆਂ ਨੂੰ ਸਿਆਸੀ ਨੁਕਸਾਨ ਨਾ ਹੋਵੇ। ਤੇ ਜਿਹੜਾ ਇਹ ਇੱਕ ਸਟੈਪ ਚੁੱਕਿਆ ਗਿਆ ਰਾਜਪਾਲ ਨੂੰ ਮਿਲਣ ਦਾ, ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹ ਇੱਕ ਸਿਆਸੀ ਤੌਰ 'ਤੇ ਵੇਖਿਆ ਜਾ ਸਕਦਾ ਕਿ ਇਹ ਸਿਆਸੀ ਘਾਤ ਹੀ ਹੈਗੀ ਆ। ਹੁਣ ਵੇਖਣਾ ਇਹ ਹੈ ਕਿ ਇਹਦੇ ਵਿੱਚ ਕਾਨੂੰਨ ਦੀ ਜਾਂ ਸੰਵਿਧਾਨ ਦੀ ਕਿੱਥੇ ਉਲੰਘਣਾ ਹੋ ਰਹੀ ਹੈ ਤੇ ਜੇ ਨਹੀਂ ਹੋ ਰਹੀ ਤਾਂ ਫਿਰ ਇਹਨਾਂ ਨੂੰ ਨਿਡਰ ਹੋ ਕੇ ਅੱਗੇ ਵਧਣ ਦੀ ਲੋੜ ਹੈ। ਲੋਕਾਂ ਨੇ ਫੇਸਬੁੱਕ ਤੇ ਬਾਕੀ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉਹਨਾਂ ਉੱਤੇ ਇਹ ਕਹਿਣਾ ਵੀ ਸ਼ੁਰੂ ਕਰ ਦਿੱਤਾ ਕਿ ਇਹ ਕਿਹੜਾ ਕੋਈ ਲੀਗਲ ਡਾਕੂਮੈਂਟ ਹੈ। ਜਦੋਂ ਪਹਿਲੀ ਗੱਲ ਹੀ ਭਗਵੰਤ ਮਾਨ ਉਹਨਾਂ ਨੇ ਕਰੀ ਸੀਗੀ ਇਹ ਡਾਕੂਮੈਂਟ ਸ਼ੋਅ ਕਰਦੇ ਆ, ਕੇਜਰੀਵਾਲ ਉਹਨਾਂ ਨੇ ਵੀ ਨਾਲ ਕਿਹਾ ਕਿ ਇਹ ਕੋਈ ਲੀਗਲ ਡਾਕੂਮੈਂਟ ਨਹੀਂ ਹੈਗਾ। ਸੋ ਇਹਦੇ ਉੱਪਰ ਜਿਹੜਾ ਆਪਾਂ ਦੇਖਿਆ ਨਹੀਂ ਜਾ ਸਕਦਾ ਕਿ ਇਹਦੇ ਵਿੱਚ ਰਾਜਪਾਲ ਉਹਨਾਂ ਦਾ ਹੋਣਾ ਜ਼ਰੂਰੀ ਹੈ ਜਾਂ ਨਹੀਂ ਹੋਣਾ ਜ਼ਰੂਰੀ। ਪਰ ਚਲੋ ਆਪਣਾ ਜਾਣਾ ਇਸ ਟਾਈਮ ਬਹੁਤ ਜ਼ਰੂਰੀ ਹੈ ਕਿਉਂਕਿ ਟਾਈਮ ਹੋ ਚੁੱਕਿਆ ਤੇ ਤੁਸੀਂ ਨਾਲ ਜੁੜੇ ਤੇ ਪੂਰੀ ਚਰਚਾ ਕੀਤੀ ਇਸ ਲਈ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਸ਼ੋਅ ਜੀ। ਕਿਵੇਂ ਲੱਗਿਆ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ ਤੇ ਅੱਗੇ ਸ਼ੇਅਰ ਕਰ ਦਿਓ। ਜੇ ਵਧੀਆ ਲੱਗੀ ਹੋਈ ਵੀਡੀਓ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਤੇ ਕੱਲ੍ਹ ਨੂੰ ਫੇਰ ਮਿਲਦੇ ਹਾਂ ਜੀ ਤੁਹਾਨੂੰ ਇਸੇ ਜੇ ਟਾਈਮ। ਬਹੁਤ ਧੰਨਵਾਦ।